सो बच्चे ਆਪਾਂ ਸਰਫੇਸ ਕੈਮਿਸਟਰੀ ਦਾ ਚੈਪਟਰ ਕਰ ਰਹੇ ਸੀ ਐਂਡ ਵੀ ਆਰ ਡਨ ਵਿਦ ਦ ਫਰਸਟ ਪਾਰਟ ਆਫ ਦ ਚੈਪਟਰ। ਹੁਣ ਆਪਾਂ ਸੈਕੰਡ ਪਾਰਟ ਸਟਾਰਟ ਕਰ ਚੁੱਕੇ ਹਾਂ ਜਿਸ ਨੂੰ ਆਪਾਂ ਨੇ ਕਿਹਾ ਸੀ ਕੋਲੋਇਡਲ ਸੋਲੂਸ਼ਨਸ ਤੇ ਆਪਾਂ ਉਸ ਦੀ ਇੰਟਰੋਡਕਸ਼ਨ ਕਰ ਚੁੱਕੇ ਹਾਂ। ਇੰਟਰੋਡਕਸ਼ਨ ਦੇ ਵਿੱਚ ਆਪਾਂ ਨੇ ਕੀਤਾ ਸੀ ਕਿ ਕੋਲੋਇਡਲ ਸੋਲੂਸ਼ਨਸ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਜੋ ਪਾਰਟੀਕਲ ਸਾਈਜ਼ ਆਫ ਦ ਡਿਸਪਰਸਡ ਫੇਜ਼ ਹੈ that lies ਕਿੰਨੀ ਰੇਂਜ ਸੀ ਬੱਚੇ? ਹਾਂਜੀ 1 ਨੈਨੋਮੀਟਰ to 1000 ਨੈਨੋਮੀਟਰ ਦੇ ਵਿੱਚ। ਅਗਰ ਉਹ 1 ਨੈਨੋਮੀਟਰ ਤੋਂ ਘੱਟ ਹੋਵੇ ਤਾਂ ਵੀ ਕਾਲ ਇਟ ਅ ਟਰੂ ਸੋਲੂਸ਼ਨ, ਅਗਰ 1000 ਨੈਨੋਮੀਟਰ ਤੋਂ ਜ਼ਿਆਦਾ ਹੋਵੇ ਤਾਂ ਵੀ ਕਾਲ ਇਟ ਅ ਸਸਪੈਂਸ਼ਨ। ਨਾਓ ਫਿਰ ਆਪਾਂ ਨੇ ਕੀਤਾ ਸੀ ਕਿ ਉਹਨਾਂ ਦੀਆਂ ਪ੍ਰੋਪਰਟੀਜ਼ ਜੋ ਹੁੰਦੀਆਂ ਦੇ ਆਰ ਇੰਟਰਮੀਡੀਏਟ ਬਿਟਵੀਨ ਟਰੂ ਸੋਲੂਸ਼ਨਸ ਐਂਡ ਸਸਪੈਂਸ਼ਨਸ। ਐਂਡ ਫਾਈਨਲੀ ਆਪਾਂ ਪਹੁੰਚੇ ਸੀ जो टॉपिक आज अपन ने कंटिन्यू करना है टाइप्स ऑफ कोलॉइडल सॉल्यूशंस। अपन ने क्या सी बच्चे की टाइप्स अपन 3 बेसिस दे ऊपर करते हैं। फर्स्ट बेस जो अपन ने उस दिन डिस्कस कर लिया सी दैट वाज बेस्ड अपॉन द फिजिकल स्टेट ऑफ डिस्पर्स्ड फेज एंड डिस्पर्शन मीडिया। अगेन मैं ਤੁਹਾਨੂੰ ਦੱਸਦਾ ਕਿ डिस्पर्स्ड फेज एंड डिस्पर्शन मीडिया ਕੀ ਸੀਗਾ। ਜਿੱਦਾਂ ਇੱਕ ਟਰੂ ਸੋਲੂਸ਼ਨ ਦੇ ਵਿੱਚ ਸੋਲਵੈਂਟ ਨੂੰ ਆਪਾਂ ਸੋਲਵੈਂਟ ਐਂਡ ਸੋਲਿਊਟ ਲੈ ਕੇ ਚੱਲਦੇ ਹਾਂ, ਇਦਾਂ ਹੀ ਕੋਲੋਇਡਲ ਸੋਲੂਸ਼ਨ ਦੇ ਵਿੱਚ ਸੋਲਵੈਂਟ ਦੀ ਜਗ੍ਹਾ ਤੇ ਆਪਾਂ ਟਰਮ ਯੂਜ਼ ਕਰਦੇ ਹਾਂ ਡਿਸਪਰਸ਼ਨ ਮੀਡੀਆ ਐਂਡ ਸੋਲਿਊਟ ਦੀ ਜਗ੍ਹਾ ਤੇ ਵੀ ਯੂਜ਼ ਦ ਟਰਮ ਡਿਸਪਰਸਡ ਫੇਜ਼। Getting a point? So basically dispersed phase is that which is present in lesser quantity and dispersion media is that part of the colloidal solution which is present in greater quantity. Now आज अपन ने डिस्कस करना है बच्चे सेकंड टाइप एंड थर्ड टाइप ऑफ क्लासिफिकेशन ऑफ colloids. So ਆਪਾਂ ਨੇ ਕਿਹਾ ਸੀ ਕਿ 3 ਟਾਈਪਸ ਦੀਆਂ ਹੁੰਦੀਆਂ। ਇੱਕ ਤਾਂ depending upon the physical state of dispersed phase and dispersion media. Second, on the basis of nature of interactions between the dispersed phase and dispersion media. And third, depending upon the types of particles of the dispersed phase. ਤਾਂ ਆਪਾਂ ਸੈਕੰਡ ਡਿਸਕਸ ਕਰਾਂਗੇ ਬੱਚੇ depending upon the nature of interactions between the particles of dispersed phase and dispersion media. ਹੁਣ ਬੱਚੇ ਇੰਟਰੈਕਸ਼ਨਸ ਦੋ ਹੀ ਤਰੀਕੇ ਦੀਆਂ ਹੋ ਸਕਦੀਆਂ, ਜਾਂ ਤਾਂ ਰਿਪਲਸਿਵ ਔਰ ਜਾਂ ਫਿਰ ਅਟਰੈਕਟਿਵ। ਤਾਂ ਡਿਪੈਂਡਿੰਗ ਅਪਨ ਦ ਟਾਈਪਸ ਆਫ ਇੰਟਰੈਕਸ਼ਨਸ ਬਿਟਵੀਨ ਦ ਡਿਸਪਰਸਡ ਫੇਜ਼ ਪਾਰਟੀਕਲਸ ਐਂਡ ਡਿਸਪਰਸ਼ਨ ਮੀਡੀਆ ਪਾਰਟੀਕਲਸ ਕੋਲੋਇਡਲ ਸੋਲੂਸ਼ਨਸ ਆਰ ਆਫ 2 ਟਾਈਪਸ ਜੋ ਬੋਰਡ ਤੇ ਲਿਖੇ ਹੋਏ ਹੈ, ਲਾਇਓਫਿਲਿਕ ਕੋਲੋਇਡਸ ਐਂਡ ਲਾਇਓਫੋਬਿਕ ਕੋਲੋਇਡਸ। ਮੈਂ ਇੱਥੇ ਪੁਆਇੰਟਸ ਡਿਫਰੈਂਸਸ ਦੀ ਫਾਰਮ 'ਚ ਲਿਖੇ ਹੋਏ ਨੇ। In detail the points have been discussed in your notes, ਤਾਂ ਤੁਸੀਂ ਨੋਟਸ ਚੋਂ ਜਾਂ ਬੁੱਕ ਚੋਂ ਆਰਾਮ ਨਾਲ ਪੜ੍ਹ ਸਕਦੇ ਹੋ, ਬਟ ਇਹਨਾਂ ਨੂੰ ਏਦਾਂ ਹੀ ਟੈਬੂਲੇਟਡ ਫਾਰਮ 'ਚ ਸ਼ਾਰਟ ਨੋਟਸ 'ਚ ਆਪਣੇ ਜ਼ਰੂਰ ਇਨਕਲੂਡ ਕਰ ਲਿਓ ਤਾਂ ਕਿ ਆਪਾਂ ਨੂੰ ਔਨ ਟਿਪਸ ਲਰਨ ਕਰਨੇ ਈਜ਼ੀ ਹੋ ਜਾਣ। ਸੋ ਬੱਚੇ ਫਰਸਟ ਪੁਆਇੰਟ ਜੋ ਮੈਂ ਤੁਹਾਨੂੰ ਵੈਸੇ ਹੀ ਕਲੀਅਰ ਕਰ ਦਵਾਂ ਤਾਂ ਦੇਖੋ ਫਿਲਿਕ in science stands for attracting or loving. Phobic stands for hate या repelling या fear। phobia ਜਿਹਨੂੰ ਆਪਾਂ ਕਹਿੰਦੇ phobia ਡਰ है ना, ਜਿਵੇਂ ਹਾਈਡਰੋਫੋਬੀਆ ਵਾਟਰ ਦਾ ਡਰ, ਪਾਣੀ ਤੋਂ ਡਰ। ਸੋ ਬੱਚੇ 2 ਟਾਈਪ ਦੇ ਹੈ, ਲਾਇਓਫਿਲਿਕ ਐਂਡ ਲਾਇਓਫੋਬਿਕ। ਅਗਰ ਡਿਸਪਰਸਡ ਫੇਜ਼ ਐਂਡ ਡਿਸਪਰਸ਼ਨ ਮੀਡੀਆ ਦੇ ਵਿੱਚ ਆਪਸ ਚ ਅਟਰੈਕਸ਼ਨ ਹੋਵੇ, ਦੇ ਹੈਵ ਅਫਿਨਿਟੀ, ਦੇ ਹੈਵ ਲਵ ਫॉर ਈਚ ਅਦਰ, ਤਾਂ ਉਸ ਤਰ੍ਹਾਂ ਦੇ ਕੋਲੋਇਡਲ ਸੋਲੂਸ਼ਨਸ ਨੂੰ ਆਪਾਂ ਕਹਿੰਦੇ ਆ ਲਾਇਓਫਿਲਿਕ। ਐਂਡ ਅਗਰ ਡਿਸਪਰਸਡ ਫੇਜ਼ ਐਂਡ ਡਿਸਪਰਸ਼ਨ ਮੀਡੀਆ ਦੇ ਪਾਰਟੀਕਲਸ ਦੇ ਵਿਚਕਾਰ ਕੋਈ ਅਫਿਨਿਟੀ ਨਹੀਂ ਹੈ, in fact affinity ਦਾ ਦੂਰ ਦੀ ਗੱਲ ਹੈ, there is hatred between their particles, they repel each other, ਇੱਕ ਦੂਸਰੇ ਤੋਂ ਦੂਰ ਜਾਂਦੇ ਹੈ, ਤਾਂ then we call it lyophobic colloids। ਤਾਂ ਬੱਚੇ ਅਗਰ ਇੰਨੀ ਟਰਮ ਆਪਾਂ ਨੂੰ ਕਲੀਅਰ ਹੈ ਤਾਂ ਬਾਕੀ ਡਿਫਰੈਂਸਸ ਜਾਂ ਬਾਕੀ ਪੁਆਇੰਟਸ ਤਾਂ ਲਿਖਣੇ ਇਜ਼ ਵੈਰੀ ਈਜ਼ੀ। ਸੋ ਦੇਖੋ ਕਿੱਦਾਂ। ਸੋ ਆਪਣਾ ਫਰਸਟ ਪੁਆਇੰਟ ਇਜ਼ ਕਿ lyophiलिc colloids are those colloids in which the particles of dispersed phase have great affinity या love for the particles of the dispersion media। इधर आप लिखेंगे lyophobic colloids are those in which the particles of dispersed phase have no affinity, in fact hatred for the particles of dispersion media। Now ਹੁਣ ਇੱਕ ਟਾਈਪ ਦੇ ਵਿੱਚ dispersed phase ਤੇ dispersion media ਚ attraction ਹੈ, ਇੱਕ ਦੇ ਵਿੱਚ repulsion ਹੈ।
सो बच्चे किहड़ा सोल्यूशन बनाना तुहाडे लई ईजी है? ऑफ कोर्स मतलब ये तो गैस करने की भी जरूरत नहीं कि लायोफिलिक कोलॉइड्स बड़ी इजीली फॉर्म हो जाएंगे क्योंकि जेडे दो कंपोनेंट्स है दे लाइक ईच अदर, ठीक है ना। जबकि इत्थे ओह बनाने बहुत मुश्किल है बिकॉज दे डू नॉट लाइक, इन फैक्ट दे डिसलाइक ईच अदर। वो एक दूसरे तो दूर जाते हैं, जो दूर जाते हैं तो फिर वो मिलणगे किवें बच्चे? सो देखो आवर सेकंड पॉइंट इज दे आर ईजिली फॉर्म्ड। ईजिली फॉर्म का मतलब की है तुहानू कुछ भी करने की जरूरत नहीं है, तुसी मिक्स करो, स्टर करो एंड तैयार। क्लासिकल एग्जाम्पल जो आप कॉमनली डिस्कस कर सकते हैं, चलो आप एग्जाम्पल के बाद में आवांगे। सो दे आर ईजिली फॉर्म्ड, जबकि इत्थे दे आर नॉट ईजिली फॉर्म्ड। और इसकी मैं तुहानू क्लासिकल एग्जाम्पल दिंदा जिवें आपां पहलां भी डिस्कस कीता है इमल्शनस दे विच मेडिसिन्स। ते मैं तुहानू की कहा सी कि जिहड़ियां मेडिसिन्स हुंदियां ने वो नॉर्मली ऑयल प्लस वाटर हुंदियां ते आपां नू पता है बच्चे कि ऑयल ते वाटर नू मिक्स करना ईजी नहीं है, ठीक है ना। इट इज अ वेरी रिगरस प्रोसेस। आपां उहदे विच मिक्स करने के बावजूद भी एक स्टेबिलाइजिंग एजेंट भी पाने हैं जो उसनु स्टेबिलाइज करके रखता है, ठीक है ना। उसको आप इमल्शंस के केस कह दें इमल्सिफाइंग एजेंट, ते नॉर्मली किसी भी कोलॉइडल सॉल्यूशन के केस कह दें स्टेबिलाइजिंग एजेंट या फिर स्टेबिलाइजर बिकॉज इट स्टेबिलाइजेस योर कोलॉइडल सॉल्यूशन। सो दे आर नॉट फॉर्म्ड विद ईज, दे आर वेरी डिफिकल्ट टू बी फॉर्म्ड। थर्ड पॉइंट बच्चे दे आर रिवर्सिबल। रिवर्सिबल का मतलब की है कि अगर सपोज तुसी डिस्पर्स फेस ते डिस्पर्शन मीडिया नु किसी तरीके नाल अलग कर दो तो तुसी उन्हें बड़ी इजीली दोबारा फॉर्म कर सकते हो बाय सिंपल रीमिक्सिंग। इत्थे आप एग्जांपल जरूर डिस्कस करांगे जिहड़ी कि इत्थे लिखी हुई है। देखो क्लासिकल एग्जांपल है गम। तो देखो बच्चे ड्राई गम जो हुंदी है मार्केट च अवेलेबल हुंदी है, ठीक है। तुसी उसनु गर्म पानी विच लैके मिक्स करो तो तुहाडी गम सोल्यूशन तैयार हो जाता है, ठीक है ना। जिद्दां आपां मार्केट चों रेडीमेड गम लैने आ उदां ही गम तैयार हो जाती है, गूंद जिसनूं आपां कहने हैं, ठीक है। नाउ व्हाट यू डू इज कि तुसी उसी गम नूं दोबारा बाहर सनलाइट च रख दो, पानी इवेपोरेट हो जाएगा, गूंद दोबारा जम जाएगी, सो जिहड़ी गम है इट विल अगेन कम इन द सॉलिड फॉर्म, नो प्रॉब्लम। तुसी अगले दिन फिर उसनूं गर्म पानी च या वार्म वाटर दे विच मिक्स कर दो, सिंपल मिक्स करी चलो, सोडी गम दोबारा तैयार हो जाएगी। सो दे आर रिवर्सिबल। अगेन ओदा रीजन की है कि ऑफ कोर्स दे कैन बी फॉर्म बाय सिंपल रीमिक्सिंग बिकॉज क्योंकि द पार्टिकल्स ऑफ डिस्पर्स फेज एंड डिस्पर्शन मीडिया दे अट्रैक्ट ईच अदर, वो नाल दी नाल दोबारा मिक्स हो जाएंगे, ठीक है ना। इत्थे इट इज नॉट रिवर्सिबल। आप कर ही चुके हैं कि द पार्टिकल्स डू नॉट अट्रैक्ट ईच अदर। सो अगर एक बार टूट गई तो दोबारा आपां फिर वही मेहनत करनी पड़ेगी, वही दोबारा स्टेबिलाइजिंग एजेंट्स पाने पैणगे, वही दोबारा रिगरस प्रोसीजर अप्लाई करना पड़ेगा, ठीक है ना। नीड अ स्टेबिलाइजर इधर। सो अपने डिस्कस कर लिया कि बेशक आप मिक्स कर दें किसी भी मैथड नाल, बट उसके बावजूद आपां कोई ना कोई स्टेबिलाइजिंग एजेंट पाना पैंदा है, ठीक है ना। एक ना एक स्टेबिलाइजिंग एजेंट। एक चीज याद रखनी है बच्चे, जेड़ा स्टेबिलाइजिंग एजेंट हुंदा है, याद रखना है कि एवरी लिक्विड या एवरी सब्सटेंस, एवरी लिक्विड सब्सटेंस दे हैव अ सरफेस टेंशन, ठीक है ना। जिद्दां आपां कहने हैं कि ऑयल ते वाटर मिक्स क्यों नहीं हुंदे, क्योंकि उन्हां दी आपस दी सरफेस टेंशन है, एक दूसरे दा सरफेस एक दूसरे तो दूर रखदा है। तो जेड़े मतलब इन केस आप अगे डिस्कस करांगे, बट एक बार अपने ध्यान च लाइन नूं हमेशा जमा के रखियो कि जेड़े ये स्टेबिलाइजर्स ने इन्हां दा मैकेनिज्म ऑफ एक्शन की हुंदा है, ध्यान च रखना है कि हाउ डू अ स्टेबिलाइजर एक्ट। दे एक्ट बाय रिड्यूसिंग द सरफेस टेंशन बिटवीन द टू लिक्विड्स। याद रखना है स्टेबिलाइजिंग एजेंट, स्टेबिलाइजर, इमल्सिफाइंग एजेंट, इमल्सिफायर कुछ भी है जेडे इदां दे कंपाउंड्स ने जेडे कि लायोफोबिक कोलॉइडल सॉल्यूशन च पाए जाते हैं, उसनु स्टेबिलाइज करने लई हाउ डू दे एक्ट? दे एक्ट बाय रिड्यूसिंग द सरफेस टेंशन बिटवीन द टू लिक्विड्स। जिद्दां कि क्लासिकल एग्जांपल ऑफ अ स्टेबिलाइजर इज सोप। अपनी शर्ट के ऊपर कोई ऑयल का दाग लग जाए तो उस ऑयल के दाग नूं आपां पानी नाल, सिंपल पानी नाल साफ नहीं कर सकते। क्यों? तुसीं देखिया होगा कि अगर अपने हाथ ते कोई सट लग जाए, अपनी बॉडी ते कोई सट लग जाए तो आपां ने अगर नहाना होवे तो पानी उसते नहीं लगना चाहिए, तो आपां की करते हैं नहान तो पहले उसके ऊपर ऑयल लगा लेंगे हैं। तो ऑयल की करता है कि अगर गलती नाल थोड़ा बहुत छिट्टा पानी का पै भी जाए तो वो साइड तो निकल जाता है, वो ऑयल नूं टच नहीं करता, क्योंकि ऑयल की आपकी सरफेस टेंशन है, पानी की आपकी सरफेस टेंशन है, एक दूसरे की सरफेस टेंशन उन्होंने एक दूसरे तो दूर रखती है।
ਸੋ ਜਿਹੜੀਆਂ ਸੋਪਸ ਹੁੰਦੀਆਂ ਨੇ ਇਸੇ ਕਰਕੇ ਜਦੋਂ ਕੱਪੜੇ ਦੇ ਉੱਪਰ ਕੋਈ ਆਇਲੀ ਦਾਗ ਲੱਗ ਜੇ, ਆਪਾਂ ਸਬਜ਼ੀ ਵਗੈਰਾ ਖਾਂਦੇ ਹੋਏ ਸਬਜ਼ੀ ਗਿਰ ਜੇ, ਤਾਂ ਸਿੰਪਲ ਪਾਣੀ ਨਾਲ ਰਿਮੂਵ ਨਹੀਂ ਹੁੰਦੀ, ਕਿਉਂਕਿ ਆਇਲ ਹੈ ਜਿਹੜਾ ਉਸਦੀ ਸਰਫੇਸ ਟੈਂਸ਼ਨ ਅਲੱਗ ਹੈ, ਪਾਣੀ ਦੀ ਅਲੱਗ ਹੈ। ਹੁਣ ਜਦੋਂ ਆਪਾਂ ਸੋਪ ਜਾਂ ਡਿਟਰਜੈਂਟ ਲਗਾ ਦਿੰਦੇ ਆ, ਉਹਦੇ ਨਾਲ ਉਹ ਆਇਲੀ ਜਿਹੜਾ ਸਬਸਟੈਂਸ ਉਹ ਨਿਕਲ ਜਾਂਦਾ ਹੈ। ਰੀਜ਼ਨ ਬੀਇੰਗ ਕਿ ਜਿਹੜਾ ਸੋਪ ਜਾਂ ਡਿਟਰਜੈਂਟ ਦਾ ਮੋਲੀਕਿਊਲ ਹੈ, ਇਟ ਰਿਡਿਊਸਸ ਦ ਸਰਫੇਸ ਟੈਂਸ਼ਨ ਬਿਟਵੀਨ ਦ ਆਇਲ ਐਂਡ ਵਾਟਰ। ਦੋਨੋਂ ਮਿਕਸ ਹੋ ਜਾਂਦੇ ਨੇ, ਮਿਕਸ ਹੋ ਕੇ ਰਿਮੂਵ ਹੋ ਜਾਂਦੇ ਆ। ਆਪਾਂ ਹੁਣ ਡਿਸਕਸ ਕਰਾਂਗੇ ਇਹ ਚੀਜ਼ ਵੀ। ਇੱਥੇ ਪੁਆਇੰਟ ਕੀ ਹੈ ਕਿ ਜਿਹੜੇ ਇਹ ਸਟੇਬਲਾਈਜ਼ਰਸ ਨੇ, ਮਤਲਬ ਕਈ ਵਾਰ ਪੁੱਛ ਲੈਂਦੇ ਨੇ ਕਿ ਹਾਊ ਡੂ ਅ ਸਟੇਬਲਾਈਜ਼ਰ ਐਕਟ, ਗਿਵ ਵਨ ਐਗਜ਼ਾਮਪਲ। ਤਾਂ ਧਿਆਨ ਚ ਰੱਖਣਾ ਬਿਲਕੁਲ ਸਿੰਪਲ ਵੇ ਨਾਲ ਕਿ ਸਟੇਬਲਾਈਜ਼ਰਸ ਦੇ ਐਕਟ ਬਾਈ ਰਿਡਿਊਸਿੰਗ ਦ ਸਰਫੇਸ ਟੈਂਸ਼ਨ ਬਿਟਵੀਨ ਦ ਟੂ ਲਿਕੁਇਡਸ, and the classical example of a stabilizer is a soap. So examples बच्चे, simplest way to remember, लायोफिलिक ਦੇ ਵਿੱਚ ਸਾਰੇ ਨੈਚੁਰਲ ਸਬਸਟੈਂਸਸ ਹੈ, ਸਾਰੇ ਨੈਚੁਰਲ ਜਿਹੜੇ ਆਪਾਂ ਨੂੰ ਪਲਾਂਟਸ ਐਂਡ ਐਨੀਮਲਸ ਤੋਂ ਮਿਲਦੇ ਆ। ਦੇਖੋ ਸਟਾਰਚ, ਗਮ, ਪ੍ਰੋਟੀਨਸ, ਰਬਰ, ਆਲ ਆਰ ਨੈਚੁਰਲ। ਜਿੰਨੇ ਵੀ ਇਨਆਰਗੈਨਿਕ ਹੈ, ਲੈਬ ਚ ਬਣਾਏ ਜਾਂਦੇ ਨੇ ਕੋਲੋਇਡਲ ਸੋਲੂਸ਼ਨਸ, ਦੇ ਆਲ ਆਰ ਲਾਇਓਫੋਬਿਕ। ਫੈਰਿਕ ਹਾਈਡਰੋਕਸਾਈਡ, ਗੋਲਡ, ਸਿਲਵਰ, ਇਹਨਾਂ ਸਭ ਦੇ ਸੋਲਸ ਜਿਹੜੇ ਹੁੰਦੇ ਨੇ ਕੋਲੋਇਡਲ ਸੋਲੂਸ਼ਨਸ ਹੁੰਦੇ ਨੇ, ਦੇ ਆਲ ਆਰ ਲਾਇਓਫੋਬਿਕ। ਫਾਈਨ। So this is about the classification of colloidal solutions on the basis of attractive या repulsive forces। एक चीज बच्चे ਇਹਦੇ ਵਿੱਚ ਧਿਆਨ ਨਾਲ ਨੋਟ ਕਰਨੀ ਹੈ ਕਿ ਜਿਹੜਾ ਆਹ ਲਾਇਓਫਿਲਿਕ ਤੇ ਲਾਇਓਫੋਬਿਕ ਹੈ, ਠੀਕ ਹੈ ਨਾ, ਮਤਲਬ ਧਿਆਨ ਨਾਲ ਸੁਣੋ ਇਸ ਪੁਆਇੰਟ ਨੂੰ, ਇਟ ਇਜ਼ ਵੈਰੀ 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 ਇੰਪੋਰਟੈਂਟ। ਆਮ ਤੌਰ ਤੇ ਬੱਚੇ ਕੰਫਿਊਜ਼ ਕਰਦੇ ਆ ਇਹਨਾਂ ਚੀਜ਼ਾਂ ਨੂੰ। ਧਿਆਨ ਚ ਰੱਖਣਾ ਹੈ ਕਿ ਜਿਹੜਾ ਇਹ ਲਾਇਓਫਿਲਿਕ ਤੇ ਲਾਇਓਫੋਬਿਕ ਹੈ, ਤੁਸੀਂ 10th ਤੱਕ ਮੈਕੈਨਿਜ਼ਮ ਆਫ ਐਕਸ਼ਨ ਆਫ ਸੋਪ ਪੜਿਆ ਹੋਣਾ ਹੈ, ਆਪਾਂ ਇੱਥੇ ਵੀ ਪੜਾਂਗੇ, ਜਿਹਦੇ ਵਿੱਚ ਤੁਸੀਂ ਕੁਝ ਏਦਾਂ ਜੇ ਕਰਦੇ ਸੀ, ਮਾਈਸਲੀਜ਼ ਬਣ ਜਾਂਦੇ ਨੇ, ਮਿਸਲੀਜ਼, ਮਿਸੈਲੀਜ਼, ਜੋ ਵੀ ਤੁਸੀਂ ਬੋਲਦੇ ਹੋ ਇਸ ਨੂੰ, ਯਾਦ ਹੈ ਕਿ ਨਹੀਂ? ਠੀਕ ਹੈ। ਤਾਂ ਆਪਾਂ ਕੀ ਕਹਿੰਦੇ ਹੁੰਦੇ ਸੀ, ਜਿਹੜਾ ਆਹ ਹੈਡ ਹੈ, ਦੇਖੋ ਆ ਆਇਲ ਦਾ ਪਾਰਟੀਕਲ ਹੈ ਜੋ ਆਪਣੇ ਕੱਪੜੇ ਤੇ ਲੱਗਿਆ ਹੋਇਆ। ਆਪਣਾ ਨੈਕਸਟ ਟੌਪਿਕ ਇਹੀ ਹੈ। ਜਿਹੜੀ ਟੇਲ ਹੁੰਦੀ ਹੈ ਦੈਟ ਇਜ਼ ਲਾਇਓਫੋਬਿਕ, ਸੌਰੀ ਲਾਇਓਫਿਲਿਕ ਤੇ ਹਾਈਡਰੋਫੋਬਿਕ, ਪਾਣੀ ਤੋਂ ਦੂਰ ਜਾਣ ਵਾਲੀ ਤੇ ਆਇਲ ਦੇ ਨੇੜੇ ਆਉਣ ਵਾਲੀ। ਜਿਹੜਾ ਹੈਡ ਹੁੰਦਾ ਦਿਸ ਇਜ਼ ਹਾਈਡਰੋਫਿਲਿਕ ਐਂਡ ਲਾਇਓਫੋਬਿਕ, ਆਇਲ ਤੋਂ ਦੂਰ ਤੇ ਪਾਣੀ ਦੇ ਨੇੜੇ। ਆਪਾਂ ਕਹਿੰਦੇ ਆ ਨਾ ਕਿ ਜਿਹੜਾ ਸੋਪ ਦਾ ਪਾਰਟੀਕਲ ਹੁੰਦਾ ਹੈ ਏਦਾਂ, ਇਹ ਬੇਸਿਕਲੀ ਇੱਕ ਸੋਪ ਦਾ ਮੋਲੀਕਿਊਲ ਹੈ। ਆਪਾਂ ਹੁਣੇ ਕਰਾਂਗੇ। ਇਹਦੇ ਦੋ ਹਿੱਸੇ ਨੇ, ਟੇਲ ਐਂਡ ਹੈਡ। ਇਹ ਲਾਇਓਫਿਲਿਕ ਹੁੰਦੀ ਹੈ, ਆਇਲ ਲਵਿੰਗ। ਇਹ ਹਾਈਡਰੋਫਿਲਿਕ, ਵਾਟਰ ਲਵਿੰਗ। ਇਹ ਹਾਈਡਰੋਫੋਬਿਕ, ਪਾਣੀ ਤੋਂ ਦੂਰ। ਇਹ ਲਾਇਓਫੋਬਿਕ, ਆਇਲ ਤੋਂ ਦੂਰ। ਤਾਂ ਜਿਹੜਾ ਇਹ ਲਾਇਓਫਿਲਿਕ ਤੇ ਲਾਇਓਫੋਬਿਕ ਹੁੰਦਾ ਹੈ, ਆਇਲ ਲਵਿੰਗ ਜਾਂ ਆਇਲ ਹੇਟਿੰਗ, ਇਟ ਹੈਜ਼ ਨਥਿੰਗ ਟੂ ਡੂ ਵਿਦ ਆਹ ਵਾਲਾ ਲਾਇਓਫਿਲਿਕ ਤੇ ਲਾਇਓਫੋਬਿਕ। ਮਤਲਬ ਇਹ ਇੱਕ ਮਿਸ ਕਨਸੈਪਟ ਤੁਹਾਡਾ ਮੈਂ ਕਲੀਅਰ ਕਰਨਾ ਹੈ ਕਿ ਬੱਚੇ ਨਾਰਮਲੀ ਕੰਫਿਊਜ਼ ਕਰ ਜਾਂਦੇ ਨੇ। ਸੋ ਜਿਹੜਾ ਆਪਾਂ ਲਾਇਓਫਿਲਿਕ ਤੇ ਲਾਇਓਫੋਬਿਕ ਇੱਥੇ ਯੂਜ਼ ਕਰਦੇ ਹਾਂ ਸੋਪ ਦੇ ਕੇਸ ਚ, that is related to oil। मतलब लायो means oil, basically लायो means lipids। अपनी body च substances ਹੁੰਦੇ ਨੇ lipids, ਜਿਹੜੇ ਕਿ mainly oily nature ਹੁੰਦੀ ਹੈ, ਜਿਨ੍ਹਾਂ ਦੀ fatty nature ਹੁੰਦੀ ਹੈ। ਤਾਂ ਉੱਥੋਂ ਇਹ word ਆਇਆ ਲਾਇਓਫਿਲਿਕ ਜਾਂ ਲਾਇਓਫੋਬਿਕ। ਤਾਂ ਇੱਕ ਬਾਇਓ ਦੀ ਟਰਮ ਹੈ। ਤਾਂ ਲਾਇਓਫਿਲਿਕ ਤੇ ਲਾਇਓਫੋਬਿਕ ਜਿਹੜਾ ਇੱਥੇ ਹੈ that stands for oil loving ਜਾਂ oil hating। ਜਦਕਿ ਜਿਹੜਾ ਇੱਥੇ ਲਾਇਓਫਿਲਿਕ ਤੇ ਲਾਇਓਫੋਬਿਕ ਹੈ, ਇਸ ਦਾ oil ਨਾਲ ਕੋਈ ਲੈਣਾ ਦੇਣਾ ਨਹੀਂ। ਕੋਈ ਵੀ ਡਿਸਪਰਸਡ ਫੇਜ਼ ਜਾਂ ਡਿਸਪਰਸ਼ਨ ਮੀਡੀਆ ਹੈ, ਅਗਰ ਉਹਨਾਂ ਦੇ ਵਿੱਚ ਅਟਰੈਕਸ਼ਨ ਹੈ ਤਾਂ ਲਾਇਓਫਿਲਿਕ, ਅਗਰ ਰਿਪਲਸ਼ਨ ਹੈ ਤਾਂ ਲਾਇਓਫੋਬਿਕ। ਇਟ ਹੈਜ਼ ਨਥਿੰਗ ਟੂ ਡੂ ਵਿਦ ਆਇਲ। ਡਨ। ਸੋ ਇਸ ਕਨਸੈਪਟ ਨੂੰ ਜਰਾ ਧਿਆਨ ਚ ਰੱਖਣਾ, ਕਿਉਂਕਿ ਨਾਰਮਲੀ ਬੱਚੇ ਕੰਫਿਊਜ਼ ਹੋ ਜਾਂਦੇ ਨੇ ਕਿ ਸਰ ਇੱਥੇ ਲਾਇਓਫੋਬਿਕ ਲਾਇਓਫਿਲਿਕ ਕੁਝ ਹੋਰ ਸੀ, ਅਗਲੇ ਟਰਮ ਦੇ ਵਿੱਚ ਲਾਇਓਫਿਲਿਕ ਤੇ ਲਾਇਓਫੋਬਿਕ ਕੁਝ ਹੋਰ ਹੈ, ਕਿਉਂਕਿ ਆਪਣਾ ਟੌਪਿਕ ਵੀ ਨੈਕਸਟ ਇਹੀ ਹੈ। ਠੀਕ ਹੈ ਨਾ। ਸੋ ਹੁਣ ਆਪਾਂ ਡਿਸਕਸ ਕਰਾਂਗੇ ਦ ਥਰਡ ਬੇਸਿਸ ਆਫ ਕਲਾਸਿਫਿਕੇਸ਼ਨ। सो बच्चे थर्ड बेसिस की है, डिपेंडिंग अपॉन द टाइप्स ऑफ पार्टिकल्स ऑफ द डिस्पर्स्ड फेज। सो अपना पहला की सी फिजिकल स्टेट ऑफ डिस्पर्स्ड फेज, सेकंड की सी नेचर ऑफ इंटरेक्शंस बिटवीन डिस्पर्स्ड फेज एंड डिस्पर्शन मीडिया। थर्ड चीज जी आप डिस्कस कर रही है दैट इज द टाइप्स ऑफ पार्टिकल्स ऑफ द डिस्पर्स्ड फेज। सो बच्चे डिपेंडिंग अपॉन द टाइप्स ऑफ पार्टिकल्स ऑफ डिस्पर्स्ड फेज, we have three types of colloidal solutions: multimolecular colloids, macromolecular colloids and associated colloids। ठीक है। ਇਸ ਦੇ ਵਿੱਚੋਂ ਆਪਾਂ ਇਹ ਦੋ ਪਹਿਲਾਂ ਡਿਸਕਸ ਕਰਾਂਗੇ ਇਕੱਠੇ, ਮਤਲਬ ਇਨ ਟੈਂਡਮ।
ਇੱਥੇ ਬੱਚੇ ਐਸੋਸੀਏਟਿਡ ਕੋਲੋਇਡਸ ਨੂੰ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ, ਮਤਲਬ ਇਹਨਾਂ ਦੋਨਾਂ ਨੂੰ ਡਿਸਕਸ ਕਰਨ ਤੋਂ ਬਾਅਦ ਇੱਕ ਚੀਜ਼ ਇੱਥੇ ਧਿਆਨ 'ਚ ਰੱਖਣੀ ਹੈ, ਵੈਰੀ ਇੰਪੋਰਟੈਂਟ ਟੂ ਬੀ ਨੋਟਡ। ਧਿਆਨ 'ਚ ਰੱਖਿਓ ਕਿ ਹੁਣ ਤੱਕ ਜਿੰਨਾ ਚੈਪਟਰ ਆਪਾਂ ਨੇ ਕਰ ਲਿਆ ਸੋ ਕਰ ਲਿਆ, ਇਸ ਤੋਂ ਬਾਅਦ ਕੋਈ ਵੀ ਕਨਸੈਪਟ ਆਪਣਾ ਮਿਸ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਇਸ ਤੋਂ ਬਾਅਦ ਵਾਲਾ ਚੈਪਟਰ ਹੈ ਉਹ ਸਾਰਾ ਲਿੰਕਡ ਹੈ। ਇਸ ਟੌਪਿਕ ਦੇ ਬੇਸ ਤੇ ਅਗਲਾ ਟੌਪਿਕ ਹੈ, ਉਸ ਦੇ ਬੇਸ ਤੇ ਅਗਲਾ ਟੌਪਿਕ ਹੈ, ਉਸ ਦੇ ਬੇਸ ਤੇ ਅਗਲਾ ਟੌਪਿਕ ਹੈ। ਸੋ ਸਾਰਾ ਚੈਪਟਰ ਹੁਣ ਐਂਡ ਤੱਕ ਜਿੰਨਾ ਵੀ ਆਪਾਂ ਨੇ ਚੈਪਟਰ ਪੜ੍ਹਨਾ ਹੈ ਉਹ ਸਾਰਾ ਇਸ ਕਲਾਸੀਫਿਕੇਸ਼ਨ ਤੋਂ ਬਾਅਦ ਲਿੰਕਡ ਹੈ। ਇਨਫੈਕਟ ਜਿਹੜੀ ਇਹ ਕਲਾਸੀਫਿਕੇਸ਼ਨ ਵੀ ਹੈ ਇਹ ਵੀ ਪਿਛਲੇ ਟੌਪਿਕ ਦੇ ਨਾਲ ਹੀ ਲਿੰਕਡ ਹੈ। ਸੋ ਸਾਰਾ ਚੈਪਟਰ ਲਿੰਕਡ ਹੈ, ਇਸ ਲਈ ਜੇ ਇੱਕ ਜਗ੍ਹਾ ਤੇ ਵੀ ਆਪਾਂ ਨੇ ਕਨਸੈਪਟ ਕੋਈ ਮਿਸ ਕਰਤਾ ਤਾਂ ਉਹ ਸਾਰਾ ਦਾ ਸਾਰਾ ਚੈਪਟਰ ਆਪਾਂ ਨੂੰ ਰੱਟਾ ਮਾਰਨਾ ਪਊਗਾ ਫਿਰ, ਤੇ ਜਦਕਿ ਅਗਰ ਸਮਝ ਆ ਜਾਊਗਾ ਤਾਂ ਇਟਸ ਵੈਰੀ ਈਜ਼ੀ। ਸੋ ਹੁਣ ਦੇਖੋ ਬੱਚੇ, ਸੋ ਪਹਿਲਾਂ ਆਪਾਂ ਦੋ ਟਾਈਪਸ ਇਕੱਠੀਆਂ ਡਿਸਕਸ ਕਰਾਂਗੇ, ਮਲਟੀ ਮੋਲੀਕੂਲਰ ਐਂਡ ਮੈਕਰੋ ਮੋਲੀਕੂਲਰ। ਹੁਣ ਦੇਖੋ, ਸੋ ਆਪਾਂ ਨੇ ਕੀ ਕਿਹਾ ਸੀ ਕਿ ਆਪਣੇ ਕੋਲ ਜਿਹੜੇ ਕੋਲੋਇਡਲ ਪਾਰਟੀਕਲਸ ਹੈ ਉਹਨਾਂ ਦਾ ਜਿਹੜਾ ਸਾਈਜ਼ ਹੈ that is ਟਰੂ ਸੋਲੂਸ਼ਨਸ ਤੋਂ ਜ਼ਿਆਦਾ ਔਰ ਸਸਪੈਂਸ਼ਨਸ ਤੋਂ ਛੋਟਾ। ਲੈਟ ਇਟ ਬੀ ਕਿ ਜਿਹੜੇ ਟਰੂ ਸੋਲੂਸ਼ਨਸ ਹੈ ਉਹਨਾਂ ਦੇ ਵਿੱਚ ਪਾਰਟੀਕਲ ਸਾਈਜ਼ n ਹੈ, ਠੀਕ ਹੈ। ਸੋ ਦਿਸ ਇਜ਼ ਦ ਪਾਰਟੀਕਲ ਸਾਈਜ਼ ਆਫ ਅ ਟਰੂ ਸੋਲੂਸ਼ਨ। ਕੋਲੋਇਡਸ ਦੇ ਵਿੱਚ let it be n ਹੈ, and let it be suspension ਦੇ ਵਿੱਚ n। done। less than 1 nanometer, greater than 1000 nanometer, 1 ਤੋਂ ਲੈ ਕੇ 1000 ਨੈਨੋਮੀਟਰ ਦੇ ਵਿੱਚ। ਇੱਥੇ ਹੀ ਆਪਣਾ ਲੌਜਿਕ ਸਟਾਰਟ ਹੁੰਦਾ ਹੈ, ਠੀਕ ਹੈ। ਸੋ ਹੁਣ ਦੇਖੋ ਬੱਚੇ, ਹੁਣ ਆਪਾਂ ਨੇ ਕੀ ਕਰਨਾ ਹੈ, ਆਪਾਂ ਨੇ ਜਿਹੜੇ ਸਸਪੈਂਸ਼ਨਸ ਹੈ ਜਾਂ ਜਿਹੜੇ ਟਰੂ ਸੋਲੂਸ਼ਨਸ ਹੈ, ਅਗਰ ਸਪੋਜ਼ ਇਹਨਾਂ ਤੋਂ ਆਪਾਂ ਨੇ ਕੋਲੋਇਡਲ ਪਾਰਟੀਕਲਸ ਬਣਾਉਣੇ ਹੋਣ ਤਾਂ ਆਪਾਂ ਕਿੱਦਾਂ ਬਣਾਵਾਂਗੇ? ਤੁਸੀਂ ਕਹੋਗੇ ਕਿ ਸਰ ਇਦਾਂ ਦੇ ਛੋਟੇ ਛੋਟੇ ਪਾਰਟੀਕਲਸ ਨੂੰ ਜੋੜ ਦੋ, ਜੋੜ ਕੇ ਆਪਾਂ ਉਹਨਾਂ ਨੂੰ ਕੋਲੋਇਡਲ ਰੇਂਜ ਜਦੋਂ ਉਹ ਆ ਗਿਆ ਤਾਂ ਆਪਣਾ ਕੋਲੋਇਡਲ ਸੋਲੂਸ਼ਨ ਤਿਆਰ ਹੋ ਗਿਆ। ਸੋ ਡਨ, ਠੀਕ ਹੈ। ਆਪਾਂ ਨੇ ਉਦਾਂ ਦੇ ਛੋਟੇ ਛੋਟੇ ਪਾਰਟੀਕਲਸ ਨੂੰ ਆਪਸ ਵਿੱਚ ਜੋੜ ਕੇ ਕੋਲੋਇਡਲ ਪਾਰਟੀਕਲ ਦੀ ਰੇਂਜ ਬਣਾ ਲਿਆ। ਹੁਣ ਅਗਰ ਮੈਂ ਤੁਹਾਨੂੰ ਪੁੱਛਾਂ ਕਿ ਇਸ ਨੂੰ ਕਿਵੇਂ ਬਣਾਉਣਾ ਹੈ, ਤੁਸੀਂ ਕਹੋਗੇ ਸਰ ਇਸ ਨੂੰ ਤੋੜ ਦੋ, ਠੀਕ ਹੈ। ਸੋ ਆਪਾਂ ਇਹਦੇ ਟੁਕੜੇ ਕਰਤੇ ਛੋਟੇ ਛੋਟੇ, ਆਪਾਂ ਉਨੀ ਦੇਰ ਤੱਕ ਇਸ ਨੂੰ ਬ੍ਰੇਕ ਡਾਊਨ ਕੀਤਾ ਜਦੋਂ ਤੱਕ ਉਹ ਕੋਲੋਇਡਲ ਰੇਂਜ ਦੇ ਵਿੱਚ ਨਹੀਂ ਆ ਗਿਆ। ਡਨ ਕਿ ਨਹੀਂ? ਸੋ ਇੱਥੇ ਮੈਂ ਬਹੁਤ ਸਾਰੇ ਛੋਟੇ ਛੋਟੇ ਪਾਰਟੀਕਲਸ ਨੂੰ ਜੋੜ ਕੇ ਉਹਨਾਂ ਨੂੰ ਕੋਲੋਇਡਲ ਰੇਂਜ ਦੇ ਵਿੱਚ ਲੈ ਆਇਆ, ਠੀਕ ਹੈ। ਇੱਥੇ ਮੈਂ ਬਹੁਤ ਸਾਰੇ ਛੋਟੇ ਛੋਟੇ ਪਾਰਟੀਕਲਸ ਨੂੰ ਜੋੜ ਕੇ ਉਹਨਾਂ ਨੂੰ ਕੋਲੋਇਡਲ ਰੇਂਜ ਦੇ ਵਿੱਚ ਲੈ ਆਇਆ, ਤਾਂ ਇਹਨਾਂ ਦਾ ਨਾਮ ਕੀ ਹੈ? ਮਲਟੀ ਮੋਲੀਕੂਲਰ। ਇੱਥੇ ਮੈਂ ਇੱਕ ਵੱਡੇ ਸਾਰੇ ਪਾਰਟੀਕਲ ਨੂੰ, ਮੈਕਰੋ ਮੀਨਸ ਕੀ ਹੁੰਦਾ ਹੈ? ਵੱਡਾ ਸਾਈਜ਼, ਬਹੁਤ ਬੜਾ ਸਾਈਜ਼, ਤਾਂ ਮੈਂ ਇੱਕ ਵੱਡੇ ਮੋਲੀਕਿਊਲ ਨੂੰ ਤੋੜ ਕੇ ਉਸ ਨੂੰ ਕੋਲੋਇਡਲ ਰੇਂਜ ਦੇ ਵਿੱਚ ਲੈ ਆਇਆ। ਸੋ ਦੈਟ ਇਜ਼ योर ਮੈਕਰੋ ਮੋਲੀਕੂਲਰ ਕੋਲੋਇਡ। ਸੋ ਵੈਰੀ ਸਿੰਪਲ। ਇੱਕ ਚੀਜ਼ ਬੱਚੇ ਯਾਦ ਰੱਖਣੀ ਹੈ। ਹੁਣ ਦੇਖੋ, ਜਿੱਦਾਂ ਮੈਂ ਕਿਹਾ ਕਿ ਇਸ ਤੋਂ ਬਾਅਦ ਚੈਪਟਰ ਲਿੰਕਡ ਹੈ, ਇਸ ਤੋਂ ਅਗਲਾ ਟੌਪਿਕ ਜੋ ਆਪਾਂ ਨੇ ਕਰਨਾ ਹੈ ਨੈਕਸਟ ਲੈਕਚਰ ਦੇ ਵਿੱਚ, ਉਹ ਟੌਪਿਕ ਕੀ ਹੈ ਬੱਚੇ? ਪ੍ਰੈਪਰੇਸ਼ਨਸ ਆਫ ਕੋਲੋਇਡਸ। ਤਾਂ ਪ੍ਰੈਪਰੇਸ਼ਨਸ ਆਫ ਕੋਲੋਇਡਸ ਨੂੰ ਆਪਾਂ ਦੋ ਹਿੱਸਿਆਂ 'ਚ ਡਿਵਾਈਡ ਕਰਾਂਗੇ, ਇੱਕ ਕੰਡੈਂਸੇਸ਼ਨ ਮੈਥਡ, ਇੱਕ ਡਿਸਪਰਸ਼ਨ ਮੈਥਡ। ਕੰਡੈਂਸੇਸ਼ਨ ਕੀ ਹੁੰਦੀ ਹੈ? ਪਾਸ ਆਣਾ, ਸੋ ਇਹ ਕੰਡੈਂਸੇਸ਼ਨ ਹੋ ਗਿਆ। डिस्पर्शन की होती है तोड़ना, सो डिस्पर्शन होगी। गेटिंग अ पॉइंट? सो पूरा का पूरा चैप्टर इस तो बाद लिंक्ड होएगा, ठीक है ना। सो दिस इज मल्टी मॉलिक्यूलर कोलॉइड एंड दिस इज मैक्रोमोलिकुलर कोलॉइड। सो अगर सर डेफिनेशन आती है कि व्हाट डू यू मीन बाय अ मल्टी मॉलिक्यूलर कोलॉइड, तब से की कहोगे कि मल्टी मॉलिक्यूलर कोलॉइड्स आर दोस व्हिच आर फॉर्म्ड बाय द कंडेंसेशन ऑफ स्मॉलर पार्टिकल्स या क्रिस्टलॉइड्स until they come in the range of colloidal size, ठीक है। इधर तुसी की लिखोगे which are formed from the dispersion of larger particles of size greater than 1000 nanometer, ठीक है। so ਹੁਣ ਇੱਥੇ ਤੁਸੀਂ ਕੀ ਲਿਖੋਗੇ ਕਿ ਜਿਹੜਾ particles ਨੇ they are very small in size। ਇੱਥੇ ਕੀ ਲਿਖੋਗੇ ਜਿਹੜੇ ਪਾਰਟੀਕਲਸ ਤੋਂ ਮੈਕਰੋਮੋਲਿਕੂਲਰ ਕੋਲੋਇਡਸ ਬਣੇ ਨੇ ਦੇ ਆਰ ਵੈਰੀ ਲਾਰਜ ਇਨ ਸਾਈਜ਼, ਠੀਕ ਹੈ। ਇੱਥੇ ਤੁਸੀਂ ਕੀ ਲਿਖੋਗੇ ਕਿ ਦੇ ਆਰ ਫਾਰਮਡ ਬਾय ਕੰਡੈਂਸੇਸ਼ਨ। ਇੱਥੇ ਕੀ ਲਿਖੋਗੇ ਬੱਚੇ? ਦੇ ਆਰ ਫਾਰਮਡ ਬਾय ਡਿਸਪਰਸ਼ਨ। ਜੇ ਤੁਹਾਨੂੰ ਕੋਈ ਫੋਰਸਸ ਪੁੱਛੇ ਕਿ ਕਿੱਦਾਂ ਦੀਆਂ ਫੋਰਸਸ ਆਪਰੇਟ ਹੋ ਰਹੀਆਂ ਨੇ,
ਤੁਸੀਂ ਇੱਥੇ ਲਿਖੋਗੇ ਮਲਟੀਮੋਲੀਕੂਲਰ ਆਪਸ ਚ ਅਟਰੈਕਟ ਹੋ ਕੇ ਬਣ ਰਹੇ ਨੇ ਤਾਂ ਡਿਸਪਰਸਡ ਫੇਜ਼ ਦੇ ਪਾਰਟੀਕਲਸ ਦੇ ਵਿਚਕਾਰ ਫਿਲਿਕ ਫੋਰਸਸ ਹੈ ਲਾਇਓਫਿਲਿਕ ਪਾਸ ਆ ਰਹੇ ਨੇ ਇੱਥੇ ਕੀ ਲਿਖੋਗੇ ਲਾਇਓਫੋਬਿਕ ਦੂਰ ਜਾ ਰਹੇ ਨੇ ਤੋੜਨੇ ਪੈ ਰਹੇ ਆਪਾਂ ਨੂੰ ਰਿਪਲਸ਼ਨ ਕਰਵਾਵਾਂਗੇ ਆਪਾਂ ਤਾਂ ਇੱਥੇ ਫੋਰਸਸ ਲਾਇਓਫਿਲਿਕ ਨੇਚਰ ਦੀਆਂ ਫੋਰਸਸ ਆ ਬੱਚੇ ਇੱਥੇ ਲਾਇਓਫੋਬਿਕ ਨੇਚਰ ਦੀਆਂ बट ध्यान च रखना है इत्थे डिस्पर्स्ड फेज दे आपस ਦੀਆਂ फोर्सेस ਦੀ ਗੱਲ ਹੋ ਰਹੀ ਹੈ ਨਾ ਕਿ ਮੀਡੀਅਮ ਦੇ ਨਾਲ ਠੀਕ ਹੈ ਸੋ ਇੱਥੇ ਲਾਇਓਫਿਲਿਕ ਫੋਰਸਸ ਹੈ ਜੁੜ ਰਹੇ ਹੈ ਇੱਥੇ ਲਾਇਓਫੋਬਿਕ ਫੋਰਸਸ ਨੇ ਸੋ ਇਹ ਟੁੱਟ ਰਹੇ ਹੈ ਬੱਚੇ ਠੀਕ ਹੈ ਸੋ ਦਿਸ ਇਜ਼ ਅਬਾਊਟ ਦ ਟੂ ਕਲਾਸੀਫਿਕੇਸ਼ਨਸ ਮਲਟੀਮੋਲੀਕੂਲਰ ਐਂਡ ਮੈਕਰੋਮੋਲੀਕੂਲਰ ਹੁਣ ਆ ਜਾਓ ਬੱਚੇ ਐਸੋਸੀਏਟਿਡ ਕੋਲੋਇਡਸ ਤੇ ਹੁਣ ਐਸੋਸੀਏਟਿਡ ਕੋਲੋਇਡਸ ਦੀ ਆਪਾਂ एग्जाम्पल तो ही स्टार्ट करांगे जिसनों ਆਪਾਂ कहने हैं ਮਾਈਸਲੀਜ਼ ठीक है सो ਮਾਈਸਲੀਜ਼ ਹੁੰਦੇ ਕੀ ਹੈ ਪਹਿਲਾਂ ਆਪਾਂ ਇਸ ਦੇ ਲਈ ਆਪਾਂ ਨੂੰ ਆਣਾ ਚਾਹੀਦਾ ਕਿ ਸੋਪਸ ਕੀ ਹੁੰਦੀਆਂ ਨੇ ਹਨਾ ਕਿ what ਅੱਛਾ ਦੇਖੋ ਆਪਾਂ ਟਰਮ ਨੂੰ ਵੀ ਕਲੀਅਰ ਕਰਾਂਗੇ ਕਿ ਐਸੋਸੀਏਟਿਡ ਦੇਖੋ ਐਸੋਸੀਏਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਨਾ ਤਾਂ ਦੋ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ ਇਹਦੀ ਤਰ੍ਹਾਂ ਨਾ ਹੀ ਟੁੱਟੀਆਂ ਹੋਈਆਂ ਇਹਦੀ ਤਰ੍ਹਾਂ ਉਹ ਕਿਸੇ ਥਰਡ ਪਾਰਟੀ ਦੇ ਥਰੂ ਐਸੋਸੀਏਟ ਹੋਈਆਂ ਹੋਈਆਂ ਠੀਕ ਹੈ ਨਾ ਹੁਣ ਦੇਖੋ ਮਾਈਸਲੀਜ਼ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ what do you mean by soaps ਥੋੜਾ ਮੈਂ ਪਹਿਲਾਂ ਆਹ ਵਾਲੇ ਇਰੇਜ਼ ਹੀ ਕਰ ਦਿੰਦਾ ਤਾਂ ਕਿ ਆਪਾਂ ਨੂੰ ਸਪੇਸ ਕਾਫੀ ਮਿਲ ਜਾਏ ਸਮਝਣ ਲਈ ਸੋ ਦੇਖੋ ਬੱਚੇ soaps ਕੀ ਹੁੰਦੀਆਂ soaps are defined as सोडियम या पोटेशियम salts of long chain fatty acids long chain fatty acids ਆਪਾਂ ਇਹ +1 ਹਾਈਡਰੋਜਨ ਚ ਵੀ ਕਰ ਚੁੱਕੇ ਹਾਂ ਬਟ ਮੈਂ ਤੁਹਾਨੂੰ ਰਿਵਾਈਜ਼ ਕਰਵਾ ਰਿਹਾ ਹਾਂ long chain fatty acids ਦੇ ਸੋਡੀਅਮ ਜਾਂ ਪੋਟਾਸ਼ੀਅਮ salts ਤੇ ਨਾਰਮਲੀ ਜਿਹੜੇ ਫੈਟੀ ਐਸਿਡਸ ਆਪਾਂ ਯੂਜ਼ ਕਰਦੇ ਹੁੰਦੇ ਆ ਉਹ ਨਾਰਮਲੀ ਆਪਾਂ ਦੋ ਯੂਜ਼ ਕਰਦੇ ਹਾਂ ਕਿਹੜੇ ਕਿਹੜੇ ਚਲੋ ਮੈਂ ਉੱਪਰ ਲਿਖ ਦਿੰਦਾ ਕਿਹੜੇ ਕਿਹੜੇ ਬੱਚੇ ਇੱਕ ਤਾਂ ਸਟੀਅਰਿਕ ਐਸਿਡ ਔਰ ਇੱਕ ਪਾਲਮੇਟਿਕ ਐਸਿਡ ਪਾਲਮੇਟਿਕ ਐਸਿਡ ਦਾ ਫਾਰਮੂਲਾ ਹੁੰਦਾ ਹੈ C15H31COOH ਸਟੀਅਰਿਕ ਐਸਿਡ ਇਜ਼ C17H35COOH ਜਦੋਂ ਆਪਾਂ ਇਹਨਾਂ ਦਾ H ਰਿਮੂਵ ਕਰਕੇ ਇੱਥੇ ਸੋਡੀਅਮ ਜਾਂ ਪੋਟਾਸ਼ੀਅਮ ਲਗਾ ਦਾਂਗੇ ਤਾਂ ਇਹ ਬਣ ਜਾਏਗਾ ਬੱਚੇ ਇੱਕ ਸੋਪ ਮੋਲੀਕਿਊਲ ਹੁਣ ਦੇਖੋ ਇਹਨਾਂ ਕੋਲੇ 15 ਜਾਂ 17 ਕਾਰਬਨਸ ਹੈ ਯਾਨੀ ਕਿ ਕਾਰਬਨ ਦੀ ਚੇਨ ਹੈ ਸੋ ਆਪਾਂ ਇਹਨੂੰ ਏਦਾਂ ਲਿਖ ਦਿੰਦੇ ਹਾਂ ਇਹਦਾ ਮਤਲਬ ਕੀ ਹੈ this is called a tail and this is called a head ठीक है सो टेल तो मतलब की है अपना कार्बन चेन हेड तो मतलब की है एना पोर्शन COOK या COONA एंड अपन में भी पता है कि ऑक्सीजन इज नेगेटिव एंड सोडियम इज या पोटेशियम इज पॉजिटिव ता ये जी टेल है कार्बन चेन वो नॉन पोलर है मतलब उधर पे कोई चार्ज नहीं है वैंडरवाल्स फोर्सेस ये पोलर है ऑक्सीजन इज नेगेटिव एंड मेटल इज पॉजिटिव सो बेसिकली ਆਪਾਂ ਕਹਿੰਦੇ टेल इज सो मैं एक फैटी एसिड ਦੀ एग्जांपल ਮਿਟੇ ਦਿੰਦਾ ਲਿਖਣ ਲਈ सो देखो बच्चे टेल इज नॉन पोलर एंड हेड इज पोलर तो ਆਪਾਂ ਨੂੰ ਪਤਾ ਹੈ लाइक डिसॉल्व्स लाइक तो टेल किस च डिसॉल्व करेगी नॉन पोलर ऑयल च हेड किस च डिसॉल्व करेगा पोलर वाटर च पोलर मॉलिक्यूल्स सो हेड इज हाइड्रोफिलिक water loving and tail is hydrophobic water hating on the contrary tail is lyophilic oil loving and head is lyophobic oil hating ਹੁਣ ਜਦੋਂ ਬੱਚੇ ਆਪਣੇ ਇੱਕ ਕਲੌਥ ਦੇ ਪਾਰਟੀਕਲ ਦੇ ਉੱਪਰ ਸੌਰੀ ਕੋਇਲ ਕਲੌਥ ਦੇ ਪੀਸ ਦੇ ਉੱਪਰ ऑयल ਦਾ ਕੋਈ ਗਰੀਸ ਦਾ ਕੋਈ ਦਾਗ ਲੱਗ ਗਿਆ ਤਾਂ ਆਪਾਂ ਉਹਦੇ ਤੇ ਜੋ ਸੋਪ ਲਗਾਉਂਦੇ ਆ ਤਾਂ ਹੁਣ ਜਿਹੜਾ ਟੇਲ ਪਾਰਟ ਹੈ ਉਹ ਆਇਲ ਵੱਲ ਅਟਰੈਕਟ ਹੋਊਗਾ ਸੋ ਸਾਰੀਆਂ ਟੇਲਸ ਇੱਥੇ ਆ ਕੇ ਜੁੜ ਜਾਣਗੀਆਂ
ਆਪਾਂ +1 ਹਾਈਡਰੋਜਨ ਚ ਪੜ੍ਹਦੇ ਸੀ इसनू मैकेनिज्म ऑफ रिमूवल मैकेनिज्म ऑफ एक्शन ऑफ सोप ਦੇ ਵਿੱਚ ठीक है। सो ये जुड़ गया आके। सो बच्चे हुण ਆਪਾਂ ਇੱਥੇ ਇਸ ਨੂੰ ਕਿਉਂ ਪੜ੍ਹ ਰਹੇ ਹਾਂ ਕਿਉਂਕਿ ਜਿਹੜੀ ਇਹ ਸੋਪ ਦੇ ਪਾਰਟੀਕਲਸ ਨੇ ਇਹ ਨਾ ਤਾਂ ਆਪਸ ਵਿੱਚ ਜੁੜੇ ਹੋਏ ਹੈ ਨਾ ਇੱਕ ਦੂਸਰੇ ਤੋਂ ਅਲੱਗ ਨੇ ਦੇ ਆਰ ਐਸੋਸੀਏਟਡ ਥਰੂ ਦਿਸ ਗ੍ਰੀਸ ਪਾਰਟੀਕਲ। ਇਸ ਗ੍ਰੀਸ ਦੇ ਥਰੂ ਆਪਸ ਵਿੱਚ ਕੀ ਹੋ ਗਏ ਐਸੋਸੀਏਟ ਐਂਡ ਜਿਹੜਾ ਇਹਨਾਂ ਦਾ ਸਾਈਜ਼ ਹੈ ਉਹ ਇਸ ਮਿਸੈਲੀ ਦਾ ਇਸ ਮਾਈਸਲੀਜ਼ ਦਾ ਪੂਰਾ ਸਾਈਜ਼ ਹੈ ਜਿਹੜਾ that is in the colloidal range। ਅਗਰ ਤੁਸੀਂ ਇੱਕ ਸਿੰਗਲ ਸੋਪ ਲਾਓਗੇ ਸਪੋਜ਼ ਆ ਸੋਪ ਦਾ ਜਿਹੜਾ ਪਾਰਟੀਕਲ ਹੈ ਇਹ ਇਕੱਲਾ ਪਾਰਟੀਕਲ 1 ਨੈਨੋਮੀਟਰ ਤੋਂ ਘੱਟ ਹੋਏਗਾ ਤੇ ਇਹ ਕੀ ਹੋਏਗਾ 1 ਤੋਂ ਲੈ ਕੇ 1000 ਨੈਨੋਮੀਟਰ ਦੇ ਵਿੱਚ। ਸੋ ਹੁਣ ਡੈਫੀਨੇਸ਼ਨ ਕੀ ਹੈ ਐਸੋਸੀਏਟਡ ਕੋਲੋਇਡਸ ਦੀ these are those colloids which fall in the normal range normal crystalloid range या below the colloidal range at low concentrations but at high concentrations they become colloidal particles after their association। जो proper definition और notes ਦਿੱਤੀ ਹੋਈ ਹੈ ਠੀਕ ਹੈ ਨਾ। ਸੋ ਅਗਰ low concentration ਤੇ ਉਹ crystalloids ਦੀ range ਹੁੰਦੇ ਨੇ but high concentration ਤੇ ਉਹ colloidal range ਆ ਜਾਂਦੇ ਆ that is called associated colloids and typical example is soap। so बच्चे इथे soap ने की करता it has removed the surface tension। अच्छा सच हाँ mechanism of action of soap की ਹੁੰਦਾ है। so ਹੁਣ देखो ਜਿਹੜਾ oil वाला particle है ਉਹ ਇੱਥੇ ਲੱਗ ਗਿਆ grease ਦੇ ਨਾਲ जो oily part है। ਹੁਣ ਤੁਸੀਂ soap ਲਗਾ ਚੁੱਕੇ ਹੋ ਰਗੜ ਚੁੱਕੇ ਹੋ ਮਿਸਲੀਜ਼ ਬਣ ਚੁੱਕੇ ਨੇ। ਹੁਣ ਅਗਲਾ ਸਟੈਪ ਕੀ ਹੁੰਦਾ ਆਪਣਾ ਆਪਾਂ ਕੱਪੜੇ ਉੱਪਰ ਪਾਣੀ ਪਾ ਕੇ ਨਿਚੋੜ ਦਿੰਦੇ ਆ ਐਂਡ ਗੰਦ ਨਿਕਲ ਜਾਂਦਾ ਹੈ। ਸੋ जो तुसी पानी पाओगे पानी हेड्स ਨੂੰ ਆਪਣੇ ਵਿੱਚ ਡਿਸੋਲਵ ਕਰ ਲੂਗਾ। ਜਿਹੜੇ ਹੈਡ ਨੇ that is ਹਾਈਡਰੋਫਿਲਿਕ ਉਹ ਵਾਟਰ ਲਵਿੰਗ ਹੈ ਤਾਂ ਪਾਣੀ ਦੇ ਨਾਲ ਚਿਪਕ ਜਾਣਗੇ। ਹੁਣ ਜੋ ਤੁਸੀਂ ਸਕੁਈਜ਼ ਆਊਟ ਕਰੋਗੇ ਵਾਟਰ ਤਾਂ ਦੇਖੋ ਪਾਣੀ ਹੈ ਜੋ ਉਹ ਕੱਪੜੇ ਨੂੰ ਛੱਡ ਕੇ ਜਾਏਗਾ। ਜਦੋਂ ਕੱਪੜੇ ਨੂੰ ਛੱਡ ਕੇ ਜਾਏਗਾ ਤਾਂ ਉਹ ਸਾਰੇ ਹੈਡਸ ਨੂੰ ਨਾਲ ਲੈ ਕੇ ਜਾਊਗਾ। ਹੈਡਸ ਟੇਲ ਨੂੰ ਨਾਲ ਲੈ ਕੇ ਜਾਣਗੇ ਤੇ ਟੇਲਸ ਆਪਣੇ ਗ੍ਰੀਸ ਦੇ ਪਾਰਟੀਕਲਸ ਨੂੰ ਬਾਹਰ ਲੈ ਜਾਣਗੇ ਯਾਨੀ ਕਿ ਆਪਣਾ ਕਲੌਥ ਸਾਫ਼ ਹੋ ਜਾਊਗਾ। ਸੋ ਹੁਣ ਇੱਥੇ ਸੋਪ ਨੇ ਕੀ ਕੰਮ ਕੀਤਾ ਹੈ ਜਿਹੜਾ ਆਹ ਪਾਣੀ ਸੀ ਹੁਣ ਆਪਾਂ ਸਰਫੇਸ ਕੈਮਿਸਟਰੀ ਨੂੰ ਅਗਰ ਸਾਈਡ ਤੇ ਰੱਖ ਕੇ ਅਗਰ ਮੈਕੈਨਿਜ਼ਮ ਆਫ ਐਕਸ਼ਨ ਆਫ ਸੋਪ ਪੜ੍ਹੀਏ ਤੇ ਜਿਹੜਾ ਪਾਣੀ ਸੀ ਜਿਹੜਾ ਪਹਿਲਾਂ ਗ੍ਰੀਸ ਤੋਂ ਸਾਈਡ ਤੋਂ ਨਿਕਲ ਜਾਂਦਾ ਸੀ ਇਹਨਾਂ ਨੇ ਪਾਣੀ ਤੇ ਗ੍ਰੀਸ ਨੂੰ ਆਪਸ ਦੀ ਜਿਹੜੀ ਸਰਫੇਸ ਟੈਂਸ਼ਨ ਸੀ ਉਸ ਨੂੰ ਕੀ ਕਰਤਾ ਰਿਮੂਵ। ਸੋ ਜਿਹੜੇ ਇਹ ਸਟੇਬਲਾਈਜ਼ਿੰਗ ਏਜੰਟਸ ਹੁੰਦੇ ਨੇ ਸਟੇਬਲਾਈਜ਼ਰਸ ਹੁੰਦੇ ਨੇ ਇਮਲਸੀਫਾਈਂਗ ਏਜੰਟਸ ਹੁੰਦੇ ਨੇ ਇਮਲਸੀਫਾਇਰਸ ਹੁੰਦੇ ਨੇ their mechanism of action is to remove the surface tension between the two liquids। ਆਪਾਂ ਇਹਨਾਂ ਨੂੰ surfactants ਵੀ ਬੋਲਦੇ ਆ surface active agents और surfactants ठीक है ना। सो ये सारी टर्म्स बच्चे सेम है surface active agents surfactants stabilizers stabilizing agents emulsifiers emulsifying agents। अच्छा बाकी एक दो डेफिनेशंस नोट्स ਚ ਹੋਰ ਵੀ ਦਿੱਤੀਆਂ ਹੋਣਗੀਆਂ ਜਿਹੜੀਆਂ ਆਪਾਂ +1 ਚ ਕੀਤੀਆਂ ਹੋਈਆਂ ਬਟ ਇਸ ਚੈਪਟਰ ਪੁਆਇੰਟ ਆਫ ਵਿਊ ਨਾਲ ਉਹਨਾਂ ਦੀ ਕੋਈ ਖਾਸ ਇੰਪੋਰਟੈਂਸ ਨਹੀਂ ਹੈ। एक तो CMC critical micelle concentration CMC minimum concentration of soap जिथे जाके micelles बनते हैं that is called CMC critical micelle concentration। एक और आप पढ़ते होंगे क्राफ्ट टेम्परेचर एक ऐसा मिनिमम टेम्परेचर जिथे जाके माइसलीज बनते हैं दैट इज कॉल्ड क्राफ्ट टेम्परेचर। इसी करके देखो आप देखते हैं कि गर्म पानी या निगे पानी वार्म वाटर मैकेनिज्म ऑफ एक्शन ऑफ सोप बेटर होता है। जिहड़ी मैल है चाहे वो बर्तनों ते होवे चाहे कपड़ियां ते होवे वो ईजिली ते जल्दी रिमूव होती है जबकि ठंडे पानी लेट रिमूव होती है ठीक है ना। सो दिस इज अबाउट द क्लासिफिकेशन ऑफ colloids on the basis of types of particles of the dispersed phase। Fine। So once again I revise all the three types of colloidal particles on the basis of the particles of the dispersed phase। सो बच्चे मल्टीमोलिकुलर मैक्रोमोलिकुलर एंड एसोसिएटेड। मल्टीमोलिकुलर च आपां ने की कीता सी कि जो छोटे पार्टिकल्स होंगे वो आपस में जुड़ के कोलॉइडल रेंज पहुंच जाएंगे। सो एक जो कोलॉइडल पार्टिकल है इट इज फॉर्म फ्रॉम मेनी स्मॉलर पार्टिकल्स दैट इज वाई मल्टीमोलिकुलर कोलॉइड्स। मैक्रोमोलिकुलर
ਇੱਕ ਵੱਡਾ ਪਾਰਟੀਕਲ ਜੋ ਕਿ ਕੋਲੋਇਡਲ ਰੇਂਜ ਤੋਂ ਵੱਡਾ ਹੋਏਗਾ, ਜਿਹਨੂੰ ਆਪਾਂ ਸਸਪੈਂਸ਼ਨਸ ਵੀ ਬੋਲ ਦਿੰਦੇ ਆ, ਉਸ ਨੂੰ ਤੋੜ ਕੇ ਆਪਾਂ ਕੋਲੋਇਡਲ ਰੇਂਜ 'ਚ ਲੈ ਆਵਾਂਗੇ ਬਾਈ ਡਿਸਪਰਸ਼ਨ, ਤਾਂ that is called macromolecular. Since ਉਹ ਇੱਕ ਵੱਡੇ ਮੋਲੀਕਿਊਲ ਤੋਂ ਬਣਿਆ ਹੈ ਤਾਂ that is called a macromolecular colloid. Associated colloid ਇੱਕ ਐਦਾਂ ਦੇ colloids ਜਿਹੜੇ ਕਿ ਨਾਰਮਲ ਲੋ ਕਨਸੈਂਟ੍ਰੇਸ਼ਨ ਤੇ ਬਿਹੇਵ ਕਰਨਗੇ ਐਜ਼ ਨਾਰਮਲ ਇਲੈਕਟ੍ਰੋਲਾਈਟਸ, but they will become colloidal particles at high concentrations due to their aggregation or due to their association, that is called associated colloids. ਇੱਥੇ ਬੱਚੇ ਆਪਾਂ ਨੇ ਕੀਤਾ ਸੀ ਕਿ ਜਿਹੜਾ ਇਹਨਾਂ ਦਾ ਮੋਲੀਕੂਲਰ ਮਾਸਸ ਹੋਣਗੇ ਬਹੁਤ ਘੱਟ ਹੋਣਗੇ, ਯਾਨੀ ਕਿ ਛੋਟੇ ਪਾਰਟੀਕਲਸ ਹੋਣਗੇ। ਇੱਥੇ ਜਿਹੜੇ ਮੋਲੀਕੂਲਰ ਮਾਸਸ ਹੋਣਗੇ ਦੇ ਵਿਲ ਬੀ ਵੈਰੀ ਲਾਰਜ ਮੋਲੀਕਿਊਲਸ, ਠੀਕ ਹੈ। ਇੱਥੇ ਮੋਲੀਕਿਊਲਸ ਤਾਂ ਦੇਖੋ ਵੱਡੇ ਹੋਣਗੇ, ਕਿਉਂਕਿ ਆਪਾਂ ਨੇ ਕੀ ਕਿਹਾ ਵੀ ਜਿਵੇਂ ਸੋਪਸ ਹੈ, ਦੇ ਆਰ ਸੋਡੀਅਮ ਜਾਂ ਪੋਟੈਸ਼ੀਅਮ ਸਾਲਟਸ ਆਫ ਲੌਂਗ ਚੇਨ ਫੈਟੀ ਐਸਿਡਸ, ਠੀਕ ਹੈ, ਕਿ ਇਹਨਾਂ ਜਿੰਨੇ ਵੱਡੇ ਪਾਰਟੀਕਲਸ ਨਹੀਂ ਹੋਣਗੇ, ਬਟ ਇਹਨਾਂ ਦੇ ਵੀ ਮੋਲੀਕੂਲਰ ਮਾਸਸ ਜ਼ਿਆਦਾ ਹੀ ਹੋਣਗੇ, ਕੋਈ ਘੱਟ ਨਹੀਂ ਹੋਣੇ, ਠੀਕ ਹੈ। ਇੱਥੇ ਆਪਾਂ ਨੇ ਕਿਹਾ ਸੀ ਕਿ ਅਟਰੈਕਸ਼ਨ ਹੋ ਕੇ ਬਣਦੇ ਨੇ, ਸੋ ਦੇ ਹੈਵ ਲਾਇਓਫਿਲਿਕ ਫੋਰਸਸ, ਇਧਰ ਦੂਰ ਜਾ ਕੇ ਬਣਦੇ ਨੇ, ਟੁੱਟ ਕੇ ਬਣਦੇ ਨੇ, ਸੋ ਦੇ ਹੈਵ ਲਾਇਓਫੋਬਿਕ ਫੋਰਸਸ। ਇੱਥੇ ਆਪਾਂ ਨੇ ਪੂਰਾ ਦਾ ਪੂਰਾ ਮੈਕੈਨਿਜ਼ਮ ਹੀ ਕਰ ਲਿਆ, ਇਹਨਾਂ 'ਚ ਲਾਇਓਫੋਬਿਕ ਤੇ ਲਾਇਓਫਿਲਿਕ ਦੋਨੋਂ ਟਾਈਪ ਦੀਆਂ ਫੋਰਸਸ ਆਰ ਪ੍ਰੈਜ਼ੈਂਟ। ਅਗਰ ਆਪਾਂ ਹੁਣ ਅਗੇਨ ਮੈਂ ਤੁਹਾਨੂੰ ਫਿਰ ਦੱਸ ਦਵਾਂ ਕਿ ਲਾਇਓਫਿਲਿਕ ਤੇ ਲਾਇਓਫੋਬਿਕ ਜੋ ਆਪਾਂ ਇੱਥੇ ਪੜ੍ਹਦੇ ਹਾਂ, ਉਸ ਲਾਇਓਫਿਲਿਕ ਤੇ ਲਾਇਓਫੋਬਿਕ ਨੂੰ ਆਪਣੀ ਪਿਛਲੀ ਕਲਾਸੀਫਿਕੇਸ਼ਨ ਦੇ ਵਿੱਚ ਕਨਫਿਊਜ਼ ਨਹੀਂ ਕਰਨਾ। once again I repeat ਕਿ ਜੋ ਲਾਇਓਫਿਲਿਕ ਤੇ ਲਾਇਓਫੋਬਿਕ ਆਪਾਂ ਇਸ ਕੇਸ 'ਚ ਕਰਦੇ ਹਾਂ, that is meant for oil loving ਜਾਂ oil hating, ਤੇ ਜਿਹੜਾ ਲਾਇਓਫਿਲਿਕ ਤੇ ਲਾਇਓਫੋਬਿਕ ਆਪਾਂ ਨੇ ਪਿਛਲੀ ਕਲਾਸੀਫਿਕੇਸ਼ਨ 'ਚ ਕੀਤਾ ਸੀ, ਉਹਦੇ 'ਚ ਸੀਗਾ ਕਿ ਅਗਰ ਡਿਸਪਰਸਡ ਫੇਜ਼ ਤੇ ਡਿਸਪਰਸ਼ਨ ਮੀਡੀਆ, ਸਿੰਪਲੀ ਡਿਸਪਰਸਡ ਫੇਜ਼ ਤੇ ਡਿਸਪਰਸ਼ਨ ਮੀਡੀਆ 'ਚ ਅਟਰੈਕਸ਼ਨ ਹੈ ਤਾਂ ਲਾਇਓਫਿਲਿਕ, ਅਗਰ ਰਿਪਲਸ਼ਨ ਹੈ ਤਾਂ ਲਾਇਓਫੋਬਿਕ। ਸੋ ਹੇਅਰ ਵੀ ਕੰਪਲੀਟ ਦ ਕਲਾਸੀਫਿਕੇਸ਼ਨ ਆਫ colloidal solutions, ਠੀਕ ਹੈ ਬੱਚੇ। ਸੋ ਬੱਚੇ ਆਪਾਂ ਇੱਥੇ ਅੱਜ ਦਾ ਲੈਕਚਰ ਰੋਕਦੇ ਹਾਂ। ਸੋ ਆਪਾਂ ਨੇ colloids ਦੇ ਵਿੱਚੋਂ ਬੇਸਿਕ ਡੈਫੀਨੇਸ਼ਨਸ ਕਰ ਲੀਆਂ, ਇਹਨਾਂ ਦੀਆਂ ਟਾਈਪਸ ਕਰ ਲੀਆਂ। ਹੁਣ ਇਸ ਤੋਂ ਬਾਅਦ ਆਪਾਂ ਨੇ ਪ੍ਰੈਪਰੇਸ਼ਨਸ ਕਰਨੀ ਹੈ ਬਸ। ਆਈ ਥਿੰਕ ਜਿਹੜਾ ਇਹ ਚੈਪਟਰ ਹੈ ਇਟ ਵਿਲ ਮੈਕਸਿਮਮ ਲਾਸਟ ਫॉर 2 or 3 ਲੈਕਚਰਸ, ਸੋ ਮੈਕਸਿਮਮ 2 ਜਾਂ 3 ਲੈਕਚਰਸ ਦੇ ਵਿੱਚ ਚੈਪਟਰ ਵਿਲ ਬੀ ਡਨ। ਉਸ ਤੋਂ ਬਾਅਦ ਆਪਾਂ ਉਸ ਪੋਰਸ਼ਨ ਦਾ ਵੀ ਇੱਕ ਟੈਸਟ ਰੱਖ ਲਾਂਗੇ, and then we'll move on to the next chapter, that is chapter number 3 in your book. One thing I would like to tell you कि जो ਹੁਣ ਆਪਾਂ ਨੇ ਅੱਜ ਇੱਥੋਂ ਤੱਕ ਦੀ ਸਾਨੂੰ ਅਸਾਈਨਮੈਂਟ ਵੀ ਮਿਲੀ ਹੋਈ ਹੈ ਐਂਡ ਹੋਪਫੁਲੀ ਸਾਨੂੰ ਉਹਲੇ ਕੁਐਸਚਨਸ ਵੀ ਮਿਲ ਚੁੱਕੇ ਆ ਜਿਹੜੇ ਸੋਲੂਸ਼ਨਸ ਚੋਂ ਕਰਨੇ ਆ ਆਪਾਂ ਨੇ ਬੁੱਕ ਚੋਂ। ਤਾਂ ਹੁਣ ਬੱਚੇ ਨਾਲ ਨਾਲ ਇਦਾਂ ਹੀ ਚੱਲੇਗਾ ਕਿ ਆਪਾਂ ਮੂਵ ਅਹੈਡ ਕਰਦੇ ਜਾਵਾਂਗੇ, ਐਂਡ ਸਿੰਸ ਯੂ ਪੀਪਲ ਆਰ ਫ੍ਰੀ, ਘਰ ਬੈਠੇ ਹੋ, ਤਾਂ ਆਪਾਂ ਪਿਛਲੇ ਚੈਪਟਰਸ ਵੀ ਰਿਵਾਈਜ਼ ਕਰਦੇ ਰਵਾਂਗੇ ਨਾਲ ਦੀ ਨਾਲ, ਤਾਂ ਕਿ ਤੁਹਾਡਾ ਉਹਨਾਂ ਨਾਲ ਲਿੰਕ ਵੀ ਬਣਿਆ ਰਵੇ ਐਂਡ ਮੋਰ ਓਵਰ ਆਪਣਾ ਟਾਈਮ ਜਿਹੜਾ ਹੈ ਉਹ ਪੋਜ਼ਿਟਿਵਲੀ ਯੂਟਿਲਾਈਜ਼ ਹੁੰਦਾ ਰਵੇ, ਠੀਕ ਹੈ ਨਾ। ਆਈ ਹੋਪ ਕਿ ਤੁਸੀਂ ਸਾਰੇ ਬੁੱਕਸ ਅਰੇਂਜ ਕਰ ਚੁੱਕੇ ਹੋ। ਇਨ ਕੇਸ ਜਿਹੜੇ ਬੱਚੇ ਕੋਈ ਰਿਮੋਟ ਏਰੀਆਜ਼ 'ਚ ਬੈਠੇ ਹੈ ਜਾਂ ਕਿਸੇ ਵੀ ਰੀਜ਼ਨ ਨਾਲ ਬੁੱਕ ਅਰੇਂਜ ਨਹੀਂ ਕਰ ਸਕੇ, ਤਾਂ ਵਾਟ ਯੂ ਕੈਨ ਡੂ ਇਜ਼ ਕਿ ਫॉर द ਟਾਈਮ ਬੀਇੰਗ ਤੁਸੀਂ ਆਪਣੇ ਫਰੈਂਡਸ ਤੋਂ ਉਹਨਾਂ ਪੇजेस ਦੀ ਪਿਕ ਕਲਿੱਕ ਕਰਵਾ ਕੇ ਭੇਜ ਲਿਓ, ਮੰਗਵਾ ਲਿਓ, ਤੇ ਜਾਂ ਮੈਨੂੰ ਮੈਸੇਜ ਕਰ ਦਿਓ, ਬਟ ਡੂ ਯੋਰ ਹੋਮਵਰਕ। ਤੇ ਇੱਕ ਚੀਜ਼ ਹੋਰ, ਮਤਲਬ ਡੋਂਟ ਮੇਕ ਇਟ ਅ ਹੈਬਿਟ ਕਿ ਬਸ ਪਿਕ ਮੰਗਵਾ ਲਈ, ਕਿਉਂਕਿ ਦ ਰੀਜ਼ਨ ਬੀਇੰਗ ਕਿ ਤੁਸੀਂ ਪਿਕ ਮੰਗਵਾ ਕੇ ਉਸ ਤੇ ਮਾਰਕ ਵੀ ਕਰਨਾ ਹੁੰਦਾ ਕਿ ਜਿਹੜਾ ਕੁਐਸਚਨ ਨਹੀਂ ਆਉਂਦਾ ਜਾਂ ਕੋਈ ਚੀਜ਼, ਜਿਹੜੀ ਚੀਜ਼ ਆਪਾਂ ਨੂੰ ਲੈਕਚਰ 'ਚ ਕੋਈ ਸਕਿਪ ਹੋਈ ਵੀ ਹੈ, ਕੋਈ ਨਵੀਂ ਚੀਜ਼ ਹੈ, ਉਹਨੂੰ ਅੰਡਰਲਾਈਨ ਵੀ ਕਰਨਾ ਹੁੰਦਾ ਹੈ। ਤਾਂ ਬੁੱਕਸ ਨੂੰ ਜਲਦੀ ਤੋਂ ਜਲਦੀ ਅਰੇਂਜ ਕਰ ਲਓ ਤਾਂ ਕਿ ਆਪਾਂ ਜੋ ਕੁਝ ਪੜ੍ਹ ਰਹੇ ਹਾਂ ਉਹ ਜਦੋਂ ਐਂਡ ਵਿੱਚ ਆਪਾਂ ਰਿਵੀਜ਼ਨ ਕਰਾਂਗੇ ਤਾਂ ਆਪਾਂ ਨੂੰ ਸਾਰਾ ਨਾ ਪੜ੍ਹਨਾ ਪਵੇ, ਆਪਾਂ ਉਹਦਾ ਜੋ ਮਾਰਕ ਕੀਤਾ ਹੈ ਉਹ ਆਪਾਂ ਨੂੰ ਕੰਮ ਆ ਸਕੇ, ਠੀਕ ਹੈ ਨਾ। ਸੋ ਅਰੇਂਜ ਫॉर योर ਬੁੱਕਸ ਐਜ਼ ਸੂਨ ਐਜ਼ ਪੋਸੀਬਲ। ਮੈਂ ਤਾਂ ਬਲਕਿ ਤੁਹਾਨੂੰ ਸੰਡੇ ਤੋਂ ਹੋਮਵਰਕ ਦੇਣਾ ਚਾਹੁੰਦਾ ਸੀ, ਬਟ ਮੈਨੂੰ ਕੁਝ ਬੱਚਿਆਂ ਦਾ ਮੈਸੇਜ ਆ ਗਿਆ ਕਿ ਵੀਲ ਅਰੇਂਜ ਦ ਬੁੱਕਸ ਇਨ 1 or 2 days, ਤਾਂ ਕਰਕੇ ਮੈਂ ਉਹ ਥੋੜਾ ਜਿਹਾ ਕੰਪਨਸੇਟ ਕਰ ਲਿਆ। ਬਟ ਅੱਜ ਤੋਂ ਤੁਸੀਂ ਨਾਲ ਬੁੱਕ ਦੇ ਵਿੱਚੋਂ ਕਨਸੈਪਚੁਅਲ ਕੁਐਸਚਨਸ, ਨਿਊਮੈਰੀਕਲਸ ਜਾਂ ਜਿਹੜੀਆਂ ਵੀ ਪ੍ਰੋਬਲਮਸ ਤੁਹਾਨੂੰ ਮੈਂ ਦੱਸਾਂਗਾ ਉਹ ਨਾਲ ਤੁਸੀਂ ਮੈਨੇਜ ਕਰਨੀਆਂ ਹੀ ਹੋਣਗੀਆਂ ਬੱਚੇ, ਠੀਕ ਹੈ ਨਾ। ਤੇ ਇਹ ਵਾਲਾ ਚੈਪਟਰ ਹੁਣ ਅਗੇਨ ਆਈ ਰਿਪੀਟ ਕਿ ਜਿੰਨਾ ਆਪਾਂ ਕਰ ਚੁੱਕੇ ਹਾਂ ਉਸਨੂੰ ਚੰਗੀ ਤਰ੍ਹਾਂ ਕਰ ਲਿਓ,
क्योंकि ਜਿਹੜੇ ਹੁਣ ਫਰਦਰ ਟੌਪਿਕਸ ਹੈ ਸਬਸੀਕੁਐਂਟ ਟੌਪਿਕਸ ਹੈ ਦੇ ਆਰ ਆਲ ਇੰਟਰ ਰਿਲੇਟਡ। ਅਗਰ ਆਪਾਂ ਨੂੰ ਕੱਲ ਚੰਗੀ ਤਰ੍ਹਾਂ ਕਲਾਸੀਫਿਕੇਸ਼ਨ ਆਫ ਕੋਲੋਇਡਸ ਕਲੀਅਰ ਹੋਏਗਾ ਫਿਰ ਹੀ ਆਪਾਂ ਅਗਲਾ ਟੌਪਿਕ ਸਮਝ ਸਕਾਂਗੇ। ਇसी ਕਰਕੇ ਉਹ ਮੈਂ ਟੌਪਿਕ ਹੁਣ ਸ਼ੁਰੂ ਨਹੀਂ ਕਰਵਾਇਆ, ਦ ਰੀਜ਼ਨ ਬੀਇੰਗ ਕਿ ਫਿਰ ਕਈ ਵਾਰ ਹੌਚ ਪੌਚ ਹੋ ਜਾਂਦਾ ਹੈ। ਸੋ ਆਪਣੀ ਅਸਾइनमेंट ਤੇ ਆਪਣੇ ਕੁਐਸਚਨਸ ਕਰ ਲਿਓ। keep studying, keep revising, stay at your homes and be fit and fine. Thanks a lot.